ਤੁਸੀਂ ਸ਼ੂਟ ਕਰ ਸਕਦੇ ਹੋ ਨਾ, ਇੱਦਾਂ ਤਾਂ ਕੋਈ ਚੀਜ਼ ਨਹੀਂ ਗੀ, ਕੋਈ ਮਤਲਬ ਇੱਕ ਟਰਸਟ ਆ ਨਾ, ਪ੍ਰੂਫ ਨਹੀਂ ਇੰਟਰਸਟ ਮੇਰੇ ਇਸ ਤਰ੍ਹਾਂ ਬਿਜ਼ਨਸ ਦੀ ਕੰਪਨੀ ਆਰਡੀਨੈਂਸ ਇਸ ਤਰ੍ਹਾਂ ਬਿਜ਼ਨਸ ਨਹੀਂ ਕਰਨਗੇ। ਇੱਕ ਛੋਟੇ ਲੈਵਲ ਤੇ ਕਿਉਂਕਿ ਸਾਡਾ ਛੋਟਾ ਨਹੀਂਗਾ, ਸਾਡੇ ਤਾਂ ਮਾਸ਼ਾਅੱਲਾ 200-300 ਮਤਲਬ ਮੈਂਬਰਸ ਹੋ ਚੁੱਕੇ ਆ। ਮਤਲਬ ਫੀਡ ਮਿਲ ਦਾ ਜਿਹੜਾ ਪ੍ਰੋਜੈਕਟ ਹੈ ਉਹ ਬਹੁਤ ਵਸਤ ਵਾਲਾ ਹੈ, ਉਹ ਵਸਤ ਵਾਲਾ ਵਾ। ਮਤਲਬ ਸਾਨੂੰ ਪ੍ਰੋਪਰ ਡਾਕੂਮੈਂਟੇਸ਼ਨ ਚਾਹੀਦੀ ਹੈ, ਲੀਗਲ ਐਡਵਾਈਜ਼ਰ ਚਾਹੀਦਾ ਸਾਨੂੰ। ਸਾਰਾ ਪ੍ਰੋਸੈਸ ਡਾਕੂਮੈਂਟਡ ਹੋਵੇ ਤਾਂ ਈਜ਼ੀ ਹੋ ਜਾਂਦਾ ਈਜ਼ੀ ਹੋ ਜਾਂਦਾ ਵਾ ਕਿ ਹਰ ਬੰਦੇ ਕੋਲ ਅੱਛਾ ਸਰ ਤੁਸੀਂ ਆਏ ਕੁਐਸਚਨ ਕਰੋ ਯਾਰ ਹਾਂਜੀ ਕੀ ਹੋਇਆ ਹੋ ਰਿਹਾ, ਕੌਣ ਕਲਿੱਕ ਕਰੋ ਤੇ ਰਿਪੋਰਟ ਆ ਜਾਏਗੀ। ਫਿੰਗਰ ਟਿਪ ਤੇ ਤੁਹਾਡਾ ਉਹਨਾਂ ਦਾ ਤੁਸੀਂ ਕਿਤੇ ਖਾਤੇ ਤਾਵਾ ਚੱਕੋਗੇ ਯਾਰ ਹਾਂ ਇਹਨੇ ਬਣਿਆ ਇਹ ਬਣੇ, ਕਿੱਥੋਂ ਬਣੇਗਾ? ਵਨ ਕਲਿੱਕ ਤੇ ਕਰੋਗੇ ਯਾਰ ਰਿਪੋਰਟ ਦੇਖੋ ਵੀਜ਼ਾ ਹਰ ਫਰੈਂਡ ਲੈ ਲਓ ਆਪਣੇ ਦੇਖੋ ਅੱਛਾ ਸਹੀ ਲੋਰ ਆ ਚੀਜ਼ ਤੇ ਇਹਦੇ 'ਚ ਕੋਈ ਐਸਾ ਇਸ਼ੂ ਵਾਲੀ ਗੱਲ ਹੀ ਨਹੀਂ। ਅੱਛਾ ਹੈਗਾ ਇਹ ਸਾਰਾ ਮਤਲਬ ਇਹਦੇ ਉਹ ਦੂਸਰਾ ਸਾਨੂੰ ਦਿਖਾਵੇਗਾ ਵੀ ਸੁਣਾਇਆ ਕਿਹੜੀ ਚੀਜ਼ MOU MOU ਮੈਂ ਫਿਲਹਾਲ ਮੇਰੇ ਮਤਲਬ ਇਹ ਮਤਲਬ ਉਹ ਆ ਗਿਆ ਬੈਕਗ੍ਰਾਉਂਡ ਆ ਗਿਆ ਇਹਦੇ 'ਚ ਫਿਰ ਉਹਦੇ ਐਗਜ਼ਾਮਪਲ ਦੇ ਪ੍ਰੋਟੈਕਸ਼ਨ ਪਾਰਟੀ ਰਿਸਪੌਂਸਿਬਿਲਿਟੀਜ਼ ਆ ਗਈਆਂ, ਮਿਊਚੁਅਲ ਅੰਡਰਸਟੈਂਡਿੰਗ ਐਗਰੀਮੈਂਟਸ ਆ ਗਏ, ਫੰਡਿੰਗ ਹੋ ਗਈ, ਇਫੈਕਟਿਵ ਕਿਹੜੀ ਡੇਟ ਤੋਂ ਕਿਹੜੀ ਤੱਕ ਹੋਣਾ ਵਾ, ਸਿਗਨੇਚਰਸ ਆ ਗਏ। ਇਹਦਾ ਪ੍ਰੋਪਰ ਮਤਲਬ ਆਪਣੇ ਪਰ ਹੈਡ ਸਿਗਨੇਚਰ ਹੋਏਗਾ, ਪਰ ਹੈਡ ਸਿਗਨੇਚਰ ਹੋਏਗਾ, ਹਰ ਬੰਦੇ ਦਾ ਸਾਈਨ ਹੋਏਗਾ। ਮਤਲਬ ਇੱਕ ਉਹਨੇ 3 ਲਏ ਆ ਉਹ ਤਿੰਨੋਂ ਇਹਦੇ 'ਚ ਮੈਂਸ਼ਨ ਕਰੇਗਾ ਮੈਂਸ਼ਨ ਕਰੇਗਾ ਕਿੰਨੇ ਦੇ ਪਰਚੇਜ਼ ਕਿੰਨੇ ਦੇ ਲਏ ਆ, ਕਿੰਨੀ ਇਨਵੈਸਟ ਕੀਤੀ ਕਿੰਨੀ ਇਨਵੈਸਟਮੈਂਟ ਕੀਤੀ ਆ, ਨਾਲ ਅਸੀਂ ਪੇਮੈਂਟ ਸ਼ੀਟ ਲਾਵਾਂਗੇ। ਸਾਕੇ ਬੇਟਾ ਇਹ ਕਿਸੇ ਮੈਂਬਰ ਨੇ ਨਹੀਂ ਕਿਹਾ, ਪਰ ਮੈਂ ਚਾਹੁੰਦਾ ਕਿ ਕੱਲ ਨੂੰ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ, ਮੇਰੇ ਬੱਚਿਆਂ ਨੂੰ ਤਾਂ ਪਤਾ ਹੋਵੇ ਆਰਫ ਸਾਹਿਬ ਨੇ ਕੀ ਕੀਤਾ ਹੈ, ਉਹਨਾਂ ਦੇ ਤਾਏ ਨੇ ਕੀ ਕੀਤਾ ਹੈ, ਉਹਨਾਂ ਦੇ ਭਰਾ ਨੇ ਕੀ ਕੀਤਾ ਹੈ, ਉਹ ਚੀਜ਼ਾਂ ਉਹਨਾਂ ਦੇ ਨੌਲੇਜ 'ਚ ਹੋਣ, ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜਦੋਂ ਇੱਕ ਇੱਕ ਚੀਜ਼ ਤੁਹਾਡੇ ਕੋਲ ਵੀ ਪਈ ਹੋਏਗੀ, ਤੁਸੀਂ ਕੋਈ ਪੁੱਤਰ ਹੈ ਮੇਰਾ ਜਾਂਦਾ ਕਿਤੇ ਨਹੀਂ, ਅੱਲਾ ਦੀ ਮਿਹਰਬਾਨੀ ਨਾਲ। ਲੋਕ ਕਹਿੰਦੇ ਨੇ ਕਿ ਯਾਰ ਗਰੰਟੀ, ਮੈਂ ਕਹਿੰਦਾ ਜਦੋਂ ਫਰਾਡ ਹੀ ਹੋ ਗਿਆ ਫਿਰ ਗਰੰਟੀਆਂ ਕੀ ਕੰਮ ਕਰਦੀਆਂ। ਦੇਖੋ ਨਾ ਜਦੋਂ ਫਰਾਡ ਹੋ ਜਾਏ ਨਾ ਫਿਰ ਚੈੱਕ ਹੋਵੇ ਸਟਾਮ ਹੋਵੇ ਕੋਈ ਚੀਜ਼ ਨਹੀਂ, ਉਹ ਗਰੰਟੀ ਨਹੀਂ ਹੈਗੀ, ਗਰੰਟੀ ਉਹੀ ਹੈ। ਮੇਰੇ ਗੱਲ ਇਹ ਹੈ ਨਾ ਕਿ ਸਾਨੂੰ ਕੋਈ ਅਦਾਰਾ ਆਉਂਦਾ ਨਾ ਜੀ ਅਦਾਰਾ ਇਹ ਸਾਨੂੰ ਕੁਐਸਚਨ ਕਰਦਾ ਕਿ ਯਾਰ ਤੁਸੀਂ ਸਾਕੇ ਭਾਈ ਨੂੰ ਕੀ ਪ੍ਰੋਟੈਕਸ਼ਨ ਦਿੱਤੀ ਹੈ, ਕਿਹੜੀ ਬੇਸ ਤੇ ਤੁਸੀਂ ਇਹਨਾਂ ਨੂੰ ਇਨਵੈਸਟਮੈਂਟ ਲੈ ਲਈ ਆ ਤੇ ਕੀ ਇਹਨਾਂ ਨੂੰ ਗਾਰੰਟੀ ਦਿੱਤੀ ਹੈ। ਸਾਕੇ ਥੋੜੀ ਕੁਰਸੀ ਅੱਗੇ ਕਰ ਦੇਣਾ ਇੱਧਰ ਕਰ। ਸਾਡਾ ਕੰਪਨੀ ਆਰਡੀਨੈਂਸ ਇਹ ਕਹਿੰਦਾ ਵਾ ਕਿ ਉਹਨੂੰ ਸਿਕਿਉਰਿਟੀ ਦਿਓ, ਬਿਲਕੁਲ ਔਨ ਰਿਟਰਨ ਲਿਆਓ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੁਸੀਂ ਅਕਸਰ ਸੁਣ ਰਹੇ ਹੋ ਕਿ ਫਲਾਂ ਮੁਲਕ ਨਾਲ MOU ਹੋ ਗਿਆ, ਫਲਾਂ ਮੁਲਕ ਨਾਲ MOU ਹੋ ਗਿਆ, ਫਲਾਂ ਕੰਪਨੀ ਨਾਲ MOU ਹੋ ਗਿਆ। ਉਹ ਇਹੀ ਹੁੰਦਾ ਵਾ ਟਰਮ ਐਂਡ ਕੰਡੀਸ਼ਨਸ ਕਿਹੜੀਆਂ ਹੁੰਦੀਆਂ ਉਹਨੂੰ ਭੇਜ ਦਿਆ ਜਾਂਦਾ ਵਾ, ਦੋਨੋਂ ਪਾਰਟੀਆਂ ਦਾ ਸਿਗਨੇਚਰ ਕਰਦੇ ਤੇ ਐਗਰੀਮੈਂਟ ਹੀ ਹੈ ਨਾ ਦੋ ਪਾਰਟੀ। ਹਾਂਜੀ ਐਗਰੀਮੈਂਟ ਹੀ ਹੈ, ਸਾਡੇ ਲਫ਼ਜ਼ ਐਗਰੀਮੈਂਟ ਕਿਹੜਾ ਹੋਣਾ ਚਾਹੀਦਾ ਵਾ ਉਹ ਐਗਰੀਮੈਂਟ ਇਹ ਵੀ ਲੀਗਲ ਵਰਕ ਹੁੰਦੀ ਆ ਪ੍ਰੋਪਰ, ਮਤਲਬ ਇਹ ਰਜਿਸਟਰਡ ਹੁੰਦਾ ਵਾ ਪ੍ਰੋਪਰ, ਇਹਦੀ ਵਰਕ ਹੁੰਦੀ ਆ ਕਿ ਸਪੋਜ਼ ਮੈਂ ਅਗਰ ਉਹ ਤੋਂ ਡਿਸਐਗਰੀ ਹੁੰਦਾ ਵਾ ਤੁਸੀਂ ਉੱਤੇ ਲੀਗਲ ਸੂਟ ਕਰ ਸਕਦੇ ਹੋ, ਤੁਸੀਂ ਅਗਰ ਉੱਤੇ ਡਿਸਐਗਰੀ ਹੁੰਦੇ ਹੋ ਮੈਂ ਤੁਹਾਨੂੰ ਕਰ ਸਕਦਾ ਹਾਂ, ਮਤਲਬ ਦੋਨੋਂ ਐਂਡ ਤੇ ਇਕੁਅਲ ਰਾਈਟਸ ਦੇ ਜਾਂਦੇ ਨੇ, ਕਲੇਮ ਪੁੱਟ ਅਪ ਕਰ ਸਕਦੇ ਇਸ ਚੀਜ਼ ਦੇ ਨਾਲ ਕਿਸੇ ਦੇ ਮਾਈਂਡ ਦੇ ਵਿੱਚ ਵੀ ਜ਼ਰਾ ਜਿਹੜੀ ਵੀ ਗੱਲ ਨਹੀਂ ਹੋਏਗੀ, ਕਿਉਂਕਿ ਅਕਸਰ ਮਾਮਲਾ ਅਕਸਰ ਸਵਾਲ ਸਾਨੂੰ ਐਸੇ ਉੱਠਦੇ ਨੇ, ਕਿਉਂਕਿ ਇੱਥੇ ਮੈਂ ਜ਼ਾਹਰ ਕਹਿ ਰਿਹਾ ਸਾਰਿਆਂ ਨੂੰ, ਅਕਸਰ ਸਵਾਲ ਸਾਡੇ ਐਸੇ ਉੱਠਦੇ ਨੇ ਸਾਨੂੰ ਜਿਹੜੇ ਹੈਕਰ ਨੇ ਜਾਂ ਦੂਸਰੇ ਗੱਲ ਹੋ ਕਿ ਇਹ ਕੰਮ ਹੈ ਜਿਹੜਾ ਬਿਲਕੁਲ ਡਾਊਨ ਹੋ ਰਿਹਾ ਵਾ, ਇਹਦੀ ਕੋਈ ਮੈਮਰੀ ਨਹੀਂ ਹੈ, ਕੋਈ ਚੀਜ਼ ਨਹੀਂ ਹੈ। ਹਾਲਾਂਕਿ ਪਹਿਲੇ ਅਸੀਂ ਕਹਿ ਚੁੱਕੇ ਹਾਂ ਕਿ ਅਸੀਂ ਇਹਨੂੰ ਇੱਕ ਅੱਛੇ ਤਰੀਕੇ ਨਾਲ ਸੈਬਿਟ ਕਰ ਰਹੇ ਹਾਂ, ਪੇਪਰ ਵਰਕ ਵੀ ਹੋ ਰਿਹਾ, ਸੌਫਟਵੇਅਰ ਵੀ ਬਣ ਰਿਹਾ, ਹਰ ਚੀਜ਼ ਬਣ ਰਹੀ, ਲੇਕਿਨ ਕਾਫੀ ਸਾਰੇ ਹੈ ਨੇ ਜਿਹੜੇ ਯੂਜ਼ਰ ਨਹੀਂ ਹੈ ਸਾਡੇ ਤੋਂ। ਮੈਂ ਆਲਰੇਡੀ ਇਹ ਗੱਲ ਕੀਤੀ ਕਿ ਸਾਨੂੰ ਇਨਵੈਸਟਰਸ ਨੂੰ ਪ੍ਰੋਬਲਮ ਨਹੀਂ ਹੈਗੀ, ਲੇਕਿਨ ਆਊਟਸਾਈਡਰਸ ਨੂੰ ਬਹੁਤ ਸਾਰੀ ਡਿਫਰੈਂਟ ਪ੍ਰੋਬਲਮਸ ਹੈਗੀਆਂ ਨੇ ਤੇ ਲੇਕਿਨ ਮਾਸ਼ਾਅੱਲਾ ਅੰਦਰਲੀ ਤਾਂ ਐਸਾ ਜਿਹੜਾ ਹੈ ਅਸੀਂ ਬਹੁਤ ਪ੍ਰੋਪਰ ਤਰੀਕੇ ਨਾਲ ਕਰ ਰਹੇ ਹਾਂ ਔਰ ਇਨਸ਼ਾਅੱਲਾ ਕੰਪਲੀਟ ਕਰਕੇ ਲਾਂਚ ਕਰਨਾ ਚਾਹ ਰਹੇ ਹਾਂ। ਮੈਂ ਚਾਹ ਰਿਹਾ ਸੀ ਕਿ ਪ੍ਰੋਪਰ ਲਾਂਚ ਕਰਨ ਨੂੰ ਵੀ MOU ਅਸੀਂ ਬਣਾ ਕੇ ਪਹਿਲੇ ਤੋੜ ਦਿੰਦੇ, ਇੱਕ ਹੀ ਤੋੜ ਦਿੰਦੇ। ਮੈਂ ਚਾਹ ਰਿਹਾ ਸੀ ਕਿ ਇੱਕ ਪ੍ਰੋਪਰ ਆਫਿਸ ਸਾਡਾ ਬਣ ਜਾਵੇ, ਤਰ੍ਹਾਂ ਦੇ ਸਵਾਲ ਸਾਰੇ ਕਿਹੜੇ ਲੋਕਾਂ ਨੂੰ ਇਨਵੀਟੇਸ਼ਨ ਦੇਈਏ, ਉਹ ਆਉਣ ਆਗੇ ਸਾਰਾ ਕੁਝ ਦੇਖਣ ਵੀ ਫਿਰ ਸਾਈਨ ਕਰ ਦੇ ਜਾਣ, ਆਪਣਾ ਚੀਜ਼ਾਂ ਪਈਆਂ ਦੇਖਣ, ਬਿਲਕੁਲ ਹਰ ਚੀਜ਼ ਹੋ ਜਾਏ, ਆਨਲਾਈਨ ਸਾਈਨ ਵੀ ਹੋਣਗੇ, ਇੱਥੇ ਆਣਗੇ ਸਾਈਨ ਜਿੱਦਾਂ ਬਿਹਤਰ ਲੱਗੇ। ਸਰਕਲ ਲੱਗਦਾ ਹੀ ਰਹਿ ਰਿਹਾ ਨਾ, ਚੱਕਰ ਕੋਈ ਬਾਰੋ ਬਾਰ ਇੱਕ ਸਾਲ ਕਿਸੇ ਨਾ ਕਿਸੇ ਟਾਈਮ ਤੋਂ ਵਿਜ਼ਿਟ ਕਰਦਾ ਹੀ ਹੈ ਨਾ, ਆਨਲਾਈਨ ਸਾਈਨ ਕਰਕੇ ਰੱਖ ਲਵਾਂਗੇ, ਬਾਕੀ ਜਦੋਂ ਆਏਗਾ ਉਹਦੇ ਆਈਡੀ ਜੋ ਹੈ ਤੁਹਾਡੇ ਕੋਲ ਅਸੀਂ ਉਹਦੇ ਨੈਕਸਟ ਸਕਿਨ ਵੀ ਡਿਫਾਈਨ ਕਰ ਲਈਏ ਕਿ ਹਾਂ ਜੀ ਅੱਲਾ ਨਾ ਕਰੇ ਕੋਈ ਜ਼ਿੰਦਗੀ ਮੌਤ ਅੱਲਾ ਤਾਲਾ ਦੇ ਹੱਥ। ਨੈਕਸਟ ਸਕਿਨ ਕੌਣ ਆ, ਨੈਕਸਟ ਸਾਨੂੰ ਕੁਐਸਚਨ ਕਰਨ ਵਾਲਾ ਕੌਣ ਹੋਵੇ, 10 ਬੰਦੇ ਆ ਜਾਣਗੇ ਸਾਨੂੰ ਹਾਂਜੀ ਸਾਨੂੰ ਕੌਣ ਡਿਫਾਈਨ ਕਰਕੇ ਜਾਵੇ ਨਾ ਸਾਡਾ ਨੈਕਸਟ ਸਕਿਨ ਭਾਈ ਆਹ ਵਾਰਸ ਆਏਗਾ। ਬਿਲ ਫਰਜ਼ ਹੈ ਕਿ ਆਰਫ ਭਾਈ ਕਹਿ ਰਹੇ ਨੇ ਕਿ ਮੈਂ 3 ਯੂਨਿਟ ਇਨਵੈਸਟ ਕੀਤੇ, ਹਾਂਜੀ ਯੂਨਿਟ ਦਿੱਤੇ, ਹਾਂਜੀ 2 ਸਾਲ ਬਾਅਦ ਆਉਂਦੇ ਆ, ਆਰਫ ਭਾਈ ਕਹਿ ਰਹੇ ਨਹੀਂ ਮੇਰੇ 5 ਯੂਨਿਟ, ਹਾਂਜੀ ਲੇਕਿਨ ਮੇਰੇ ਕੋਲ ਸਿਰਫ 3 ਆਏ। ਮੈਂ ਇੱਕ ਸਵਾਲ ਕਰਦਾ, ਹਾਂਜੀ ਹਾਂਜੀ ਲੇਕਿਨ ਸਾਡੇ ਕੋਲ ਪ੍ਰੋਪਰ ਰਿਵੀਜ਼ਨ ਹੋਏਗਾ, ਇੱਕ ਡਾਕੂਮੈਂਟ ਹੋਣਗੇ, ਹਰ ਚੀਜ਼ ਰਿਕਾਰਡ ਮੇਨਟੇਨ ਹੋਏਗਾ ਤਾਂ ਤੁਹਾਡੇ ਸਾਹਮਣੇ ਆ ਸਾਨੂੰ ਜਾਏਗਾ। ਇਹ ਕਹਿਣ ਕਿ ਗੱਲ ਹੋ ਗਈ ਇਹਨਾਂ ਦੇ 3 ਸੀਗੇ ਜਾਂ 5 ਸੀਗੇ। ਜਾਓ ਇਤਬਾਰ ਬਹੁਤ ਆ ਰਾਣਾ ਸਾਹਿਬ ਤੇ ਹਰ ਫਿਰ ਚੀਜ਼ ਦੇਖੋ ਨਾ ਇਹ ਵੀ ਕੁਐਸਚਨ ਆਉਂਦੇ ਆ ਕਿ ਡਿਫਰੈਂਟ ਕੁਐਸਚਨ ਆਉਂਦੇ ਆ ਕਿ ਅੱਲਾ ਕਿ 18 ਮਹੀਨੇ ਮੈਚੁਰਿਟੀ ਆਉਂਦੀ ਹੈ, ਮੈਚੁਰਿਟੀ ਤੋਂ ਬਾਅਦ ਸਾਡੇ 30 ਮੈਂਬਰ ਕਹਿੰਦੇ ਯਾਰ ਅਸੀਂ ਇਹਨੂੰ ਵਾਈਂਡ ਅਪ ਕਰਨਾ ਚਾਹੁੰਦੇ ਹਾਂ,
ਉਹਦੀ ਕੀ ਸਿਚੁਏਸ਼ਨ ਹੋਏਗੀ ਜੀ ਸਾਡੇ 70 ਮੈਂਬਰ ਕਹਿੰਦੇ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਹਾਂ ਕਰਨਾ ਚਾਹੁੰਦੇ ਹਾਂ। ਉਹਨੂੰ ਇਹ ਕਿਵੇਂ ਹੋਏਗਾ ਇਹ ਮੈਂ ਉਹਦੇ ਜੰਮੂ ਵਿੱਚ ਡਿਫਾਈਨ ਕੀਤਾ ਵਾ ਕਿ ਅਸੀਂ ਕੰਪਲੀਟ ਆਪਣੇ ਐਸੈਟ ਨੂੰ ਵੈਲਿਊਏਟ ਕਰਕੇ ਅਸੀਂ ਉਹਦੀ ਮਾਰਕੀਟ ਵੈਲਿਊ ਨਾਲ ਕਰਕੇ ਤੁਸੀਂ ਡਿਫਾਈਨ ਡਿਫਾਈਨ ਕਰਤਾ ਦੇਖੋ 2 ਸਾਲ ਬਾਅਦ ਕੁਛ 9 ਮਹੀਨੇ ਬਾਅਦ ਕਹਿੰਦਾ ਯਾਰ ਮੈਂ ਨਹੀਂ ਕਰਦਾ ਮੈਨੂੰ ਛੱਡ ਦਿਓ ਉਹਦੀ ਪ੍ਰੋਪਰ ਇੱਕ ਡੈਫੀਨੇਸ਼ਨ ਰੱਖੀ ਹੈ ਕਿ ਯਾਰ ਐਵੇਂ ਜਾਏਗਾ ਕੁਝ 2-4 ਮਹੀਨੇ ਪਹਿਲੇ ਜਿਹੜਾ ਹੈ ਨਾ ਹਾਂਜੀ ਕੁਝ ਮੈਂਬਰ ਐਸੇ ਤਰ੍ਹਾਂ ਉਹ ਸਕਿਪ ਕੀਤਾ ਨੇ ਹਾਂਜੀ ਤੇ ਉਹ ਹੁਣ ਲੇਕਿਨ ਮੈਂ ਉਹਦੇ ਜਿਨ੍ਹਾਂ ਨੇ ਕਿਹਾ ਜੀ ਐਵੇਂ ਮੈਂ ਕਿਹਾ ਐਵੇਂ ਆਪਸ਼ਨ ਨਹੀਂ ਹੁੰਦੀ ਹਰ ਚੀਜ਼ ਦਾ ਬਿਜ਼ਨਸ ਦਾ ਰੂਲ ਹੁੰਦਾ ਦੇਖੋ ਮੈਂ ਉਹਦੇ 'ਚ ਰੱਖਿਆ ਕਿ ਹੁਣ ਆਪਸ਼ਨ ਸਕਿਪ ਦੀ ਆਪਸ਼ਨ ਨਹੀਂ ਹੈਗੀ ਮਿਊਚੁਅਲੀ ਇੱਕ ਬੰਦਾ ਜਾਣਾ ਚਾਹ ਰਿਹਾ ਸੀ ਮਿਊਚੁਅਲੀ ਉਹਨੂੰ ਸ਼ਿਫਟ ਕਰਾਂਗੇ ਦੂਸਰੇ ਮੈਂਬਰ ਕੋਈ ਲੈਣਾ ਚਾਹੇਗਾ ਕਰ ਸਕਦਾ ਉਹ ਮੈਂ ਕੋ ਡਾਇਰੈਕਟਲੀ ਅਨਮੋਲ ਕੋਲੋਂ ਅਸੀਂ ਮੇਰੇ ਕੋਲ ਕੱਲ 50 ਕਹਿ ਸ਼ਿਫਟ ਕਰ ਦੇਣ ਮੈਂ ਤਾਂ ਸਾਰਾ ਪੈਸੇ ਲਗਾਈ ਖੜਾ ਵਾਂ ਮੈਂ 50 ਦਾ 1.5 ਕਰੋੜ ਕਿੱਥੋਂ ਦਊਂਗਾ ਸਹੀ ਦੇਖੋ ਨਹੀਂ ਉਹ ਰੀਜ਼ਨ ਬਣਦੀ ਨਾ ਪ੍ਰੋਪਰ ਇੱਕ ਉਹਦੀ ਟਰਮਸ ਐਂਡ ਕੰਡੀਸ਼ਨਸ Conditions define ਡਿਫਾਈਨ ਕੀਤੀਆਂ ਹੋਣ ਕਿ ਕੀਤੀਆਂ ਹੋਣ। ਇਸ ਟਾਈਮ ਦੇ ਐਨੇ ਪੀਰੀਅਡ ਦੇ ਮਤਲਬ ਕਿਸ ਤਰ੍ਹਾਂ ਪੈਸੇ ਉਹਨੂੰ first ਦੇਵਾਂਗੇ, quarter ਕਿਸ ਤਰ੍ਹਾਂ, ਵਿੱਚ ਨਿਕਲਦਾ ਹੈ ਤੇ ਅਸੀਂ ਕਿੰਨੇ ਹਾਂਜੀ। ਪਰਸੈਂਟ ਉਹਨੂੰ ਦੇਣਾ ਹੈ ਪ੍ਰੋਫਿਟ ਦੇਣਾ ਹੈ ਜਾਂ ਜੋ ਵੀ ਹਾਂਜੀ ਇਹ ਗੱਲ ਮੈਂ ਉਹਦੀ ਕਿੰਨਾ define ਉਹਦੇ ਕੀਤੀ। ਵਿੱਚੋਂ ਅਸੀਂ ਡਿਡਕਟ ਕਰਨਾ ਹੈ ਉਹ ਬਿਲਕੁਲ। ਸਾਰਾ ਉਹਦੇ ਡਿਫਾਈਨ ਹੋਣਾ ਕਿਉਂਕਿ ਚਾਹੀਦਾ। ਪੈਸਾ ਤਾਂ ਰੱਖ ਕੇ ਨਹੀਂ ਬੈਠੇ ਅਸੀਂ ਤਾਂ ਬਿਲਕੁਲ ਆਉਂਦੇ ਹੀ ਉਹਨੂੰ ਸਰਕਲ ਚੀਜ਼ circulate ਹੋ ਰਿਹਾ ਚੀਜ਼ ਦੇ ਉੱਤੇ ਖਰਚ ਹੋਣਾ ਸ਼ੁਰੂ ਹੋ ਸਰਕੂਲੇਟ ਹੋ ਗਿਆ ਰਿਹਾ ਬਿਲਕੁਲ ਸਹੀ ਹੁਣ ਬਿਲਕੁਲ ਇੱਕ ਮੈਂਬਰ ਨਿਕਲਣ ਲੱਗੇ ਫੀਲ ਨਹੀਂ ਹੁੰਦਾ ਕਿ ਉਹ ਜਣ ਸਕਿਪ ਕਰਤੇ ਉਹ ਜੋ ਵੀ ਮੈਂ ਉਸ ਬੈਸਟ ਨਹੀਂ ਜਾ ਰਿਹਾ ਲੇਕਿਨ ਮੇਰਾ ਇੱਕ ਕੁਐਸਚਨ ਆ ਮੈਂ ਤਾਂ ਬਸ ਤੋਂ ਬਸ ਸੋਚਣਾ ਨਾ ਸਹੀ ਮੈਂ ਇਹਨੂੰ ਪਲਾਨ ਕਰ ਰਿਹਾ ਮੈਂ ਤਾਂ ਹਰ ਚੀਜ਼ ਬਸ ਸੋਚਣੀ ਹੈ ਹੋ ਸਕਦਾ ਮੇਰੀ ਗੱਲਾਂ ਕੁਝ ਬੁਰੀਆਂ ਵੀ ਲੱਗਣ ਬਿਲਕੁਲ। ਲੇਕਿਨ ਮੈਂ ਤਾਂ ਕਿਦੋਂ ਵੀ ਕੋਈ ਬਿਜ਼ਨਸ ਕੀਤਾ ਜਾਂਦਾ ਉਹਦੀ ਬਸ ਤੋਂ ਬਸ ਕੰਡੀਸ਼ਨ ਦੇਖੀ ਜਾਂਦੀ ਹੈ ਕਿ ਹਾਂਜੀ ਬਸ ਤੋਂ ਬਸ ਕੰਡੀਸ਼ਨ ਕੀ ਹੈ ਮੈਂ ਕਹਿੰਦਾ ਯਾਰ ਮੈਂ 100 ਦਾ ਯੂਨਿਟ ਹੈਗਾ ਪ੍ਰੋਜੈਕਟ ਹੈਗਾ ਮੈਂ ਕੋ 60 ਬੰਦੇ ਡਿਮਾਂਡ ਕਰ ਰਹੇ ਨੇ ਯਾਰ ਅਸੀਂ ਨਹੀਂ ਕਰਦੇ ਸਹੀ ਗੱਲ ਡਿਊ ਟੂ ਐਕਸਪੈਂਸ ਕੋਈ ਰੀਜ਼ਨ ਸਹੀ। ਮੈਂ 60 ਬੰਦੇ ਕਿਸ ਤਰ੍ਹਾਂ ਮੁਕਮਲ ਅਰਜੈਂਟਲੀ ਅਸੀਂ ਪੈਸਾ ਕਿੱਦਾਂ ਕਿੱਥੋਂ ਕਰ ਸਕਦੇ ਹਾਂ ਸਹੀ। ਅਰਜੈਂਟਲੀ ਕਿੱਦਾਂ ਦੇ ਸਕਦੇ ਪੈਸਾ ਤਾਂ ਸਾਡੀ ਜਦ ਸੈਮੀਨੇਸ਼ਨ ਖੜੀ ਆ ਆਨੇ ਢੇਡ 'ਚ ਖੜੀ ਹੈ ਕਿ ਬਾਹਰ ਆ ਕੇ ਵਿਕਣਾ ਵਾ ਵਿਕਣਾ ਹੈ ਤਾਂ ਫਿਰ ਪੈਸਾ ਆਉਣਾ ਵਾ। ਉਹ ਸਿਲੰਡਰ 'ਚ ਪਈ ਹੈ ਇੱਕ ਫਾਈਨਲ ਪ੍ਰੋਡਕਟ ਹੋਵੇ ਨਾ ਹਾਂਜੀ। ਮਤਲਬ ਤੁਹਾਡੇ ਕੋਲ ਲੈਪਟਾਪ ਹੈਗਾ ਹਾਂਜੀ। ਇਹਦਾ ਤੁਹਾਨੂੰ ਪਤਾ ਹੈ ਕਿ ਇਹਨੇ ਤਾਂ ਮੈਂ ਖਰੀਦਿਆ ਇਹਦੇ ਤੇ ਇੰਨਾ ਪ੍ਰੋਫਿਟ ਹੈ ਇੰਨਾ ਪ੍ਰੋਫਿਟ ਹੈ ਤੇ ਮੈਂ ਇਹਦੇ ਤਾਂ ਬਾਹਰ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਇਹਦਾ ਤੇ ਪ੍ਰੋਫਿਟ ਜਿਹੜਾ ਉਹ ਇਸ ਲਈ- 18 ਮਹੀਨੇ ਬਾਅਦ ਪਤਾ ਚੱਲਣਾ ਹੈ ਕਿ ਕੀ ਬਦਲਿਆ ਇਸ ਲਈ ਉਹ ਟੈਨਿਓਰ ਪੂਰਾ ਕਰਨਾ ਜ਼ਰੂਰੀ ਹੈ ਉਸ ਤੋਂ ਪਹਿਲੇ ਮੈਨੂੰ ਕੋਈ ਵੀ ਹਾਰਡ ਐਂਡ ਫਾਸਟ ਨਹੀਂ ਕਰ ਸਕਦਾ ਹਾਂ ਮਿਊਚੁਅਲੀ ਅਸੀਂ ਕਹੀ ਯਾਰ ਸਾਡੇ ਭਾਈ ਨੂੰ ਨਿਕਲਣਾ ਵਾ ਅਸੀਂ ਦੋ ਕਹਿੰਦੇ ਯਾਰ ਅੱਧਾ ਤੂੰ ਲਾ ਲਾ ਅੱਧਾ ਮੈਂ ਲਾ ਲਾ ਸਹੀ ਨਾ ਨਹੀਂ ਨਿਕਲਣਾ ਅੱਧਾ Share ਹੋ ਉਹ ਜਾਏਗਾ। ਸ਼ੇਅਰਿੰਗ ਉਹ ਹੋਰ ਆਪਸ਼ਨ ਅਗਰ ਇੱਕ ਕੋਈ ਮੁਸ਼ਾਵਰਾ share- ਜਿਹੜੀ ਉਹ ਉਹ- ਇੰਟਰਨਲ ਉਹ- ਅਗਰ ਮੁਸ਼ਾਵਰਾ ਬਿਲ ਫਰਜ਼ ਅਗਰ ਸ਼ੇਅਰ ਹੈ ਤੁਸੀਂ 3 ਲੱਖ ਦਾ ਸ਼ੇਅਰ ਮੈਂ ਕੀਤਾ ਹੋਇਆ ਮੈਂ 6 ਮੰਥ ਤੁਹਾਡੇ ਨਾਲ ਰਿਹਾ ਉਹਦੇ ਐਕਸਪੈਂਸ ਕਿੰਨੇ ਆਏ ਕਿੰਨਾ ਲਾਸ ਹੋਇਆ ਕਿੰਨਾ ਪ੍ਰੋਫਿਟ ਹੋਇਆ ਮੈਂ ਅਗਰ ਛੋੜਨਾ ਚਾਹਨਾ ਹਾਂਜੀ। ਉਹਦੇ ਵਿੱਚ ਅਗਰ ਮੇਰਾ ਸ਼ੇਅਰ ਕੋਈ ਹੋਰ ਖਰੀਦਣਾ ਚਾਹੁੰਦਾ ਜੀ। 3 ਲੱਖ ਦਾ ਮੈਂ ਲੈਣਾ ਚਾਹ ਰਿਹਾ ਉਹਦੇ ਵਿੱਚ ਉਹਨੂੰ ਉਸ ਟਾਈਮ ਉਸ ਟਾਈਮ ਤੇ ਨਹੀਂ ਮਿਲੇਗਾ ਤੇ ਨਹੀਂ ਮਿਲੇਗਾ ਇਹ ਵੀ ਉਹਦੇ ਚ ਰੱਖਾਂਗੇ ਅਸੀਂ ਉਹਦੇ ਨਾਲ ਉਹਦਾ ਐਕਸਪੈਕਟਡ ਐਕਸਪੈਂਸ ਕੱਢ ਕੇ ਲੈਸ ਕਰਕੇ ਦੇਖੋ ਨਾ ਉਹਨੇ ਨਿਕਲਣਾ ਉਹਨੂੰ ਲਾਸ ਆਏਗਾ ਆਏਗਾ ਹੁਣ ਪ੍ਰੋਫਿਟ ਨਹੀਂ ਅਸੀਂ ਉਸ ਟਾਈਮ ਦੱਸ ਸਕਦੇ ਅਗਰ ਦੂਸਰਾ person- ਜਾਂ ਇੱਕ ਆਪਸ਼ਨ ਉਹਦੇ ਚ ਮੈਂ ਇਹ ਵੀ ਮੇਰੇ ਮਨ ਚ ਆ ਰਹੀ ਸੀ ਜਾਂ ਉਹਨੂੰ ਕਹਾ ਗਿਆ ਕਿ ਭਾਈ ਇੱਕ ਅਮਾਉਂਟ ਆ 2 ਲੱਖ ਦੇ ਦਈਏ ਬਾਕੀ ਤੂੰ 18 ਮਹੀਨੇ ਬਾਅਦ ਵੇਟ ਕਰ ਲਾ ਸਾਡੀ ਵੈਲਿਊਏਸ਼ਨ ਕਿਹੜੀ ਤੇਰੇ ਨਾਲ ਉਹਨੇ ਮਹੀਨੇ ਤੇਰੇ ਪੈਸੇ ਉਹਨੇ ਤੇਰੀ ਬਚਤ ਹੋਏਗੀ ਤੈਨੂੰ ਨਹੀਂ ਮਿਲ ਜਾਏਗੀ ਬਾਕੀ ਅਗਲੇ ਨੂੰ ਨਹੀਂ ਸ਼ਿਫਟ ਹੋ ਸਕਦੀ ਹੈ ਇਹ ਸਾਡੇ ਤੇ ਸਾਰੇ ਮੈਂਬਰਾਂ ਦੀ ਇੱਕ ਰਾਏ ਦੇ ਉੱਤੇ ਰਾਏ ਦੇ ਉੱਤੇ ਜੀ, ਪਾਰਟ ਦੇ ਨਾਲ ਅਗਰ ਅਫੀਸ਼ੀਅਲ ਬਿਜ਼ਨਸ ਤੇ ਤਾਂ ਸਾਡੇ ਕੋਲ ਡਿਮਾਂਡ ਹੀ ਨਾ ਕਰੇ ਇਹ ਜਿਹੜਾ ਹੈ ਕਿ 6 ਮਹੀਨੇ ਇੱਕ ਸਟੇ ਕੀਤਾ 6 ਮਹੀਨੇ ਦਾ ਮੂਡ ਚੇਂਜ ਹੋ ਗਿਆ ਅਸੀਂ ਨਾ ਕੁਝ ਇਸ ਵਾਸਤੇ ਕੀਤਾ ਉਹ ਸਕਿਪ ਕਰਨਾ ਚਾਹ ਦੇਖੋ ਜੀ ਅਸੀਂ ਤਾਂ ਪਹਿਲੇ ਦਿਨ ਜਿਸ ਸਾਡੇ ਕੋਲ ਪੈਸੇ ਸੀ ਉਸੇ ਦਿਨ ਯੂਨਿਟ ਪਾ ਰਹੇ ਨਾ ਜੀ ਉਹ ਸਾਡਾ ਯੂਨਿਟ ਹੋ ਸਕਦਾ ਸੀ 2 ਲੱਖ ਵਾਲੀ ਗੱਲ ਹੈ ਇਹ ਹੋ ਸਕਦਾ 50,000 ਵਾਲੀ ਜਿਹੜੀ ਵੀ ਸਾਡੀ ਉਹ ਸਾਡੀ ਮਰਜ਼ੀ ਆ, 50 ਮਰਜ਼ੀ ਅਸੀਂ 70 ਦੇਖਣਾ 30 ਅੱਛਾ ਬਿਹਤਰ ਕਰਕੇ ਦਿਖਾਣਾ ਬਿਹਤਰ। ਉਸ ਦਿਨ ਤੋਂ ਉਹਨੂੰ ਚਾਰਾ ਪੈਣ ਲੱਗ ਪਿਆ ਜੀ। ਉਸ ਦਿਨ ਤੋਂ ਉਹਨੂੰ ਵੈਕਸੀਨ ਹੋਣ ਲੱਗ Start ਪਈ ਹੋ ਗਈ। ਉਸ ਦਿਨ ਤੋਂ ਉਹਨੂੰ ਮੈਡੀਕੇਸ਼ਨ ਸ਼ੁਰੂ ਹੋ ਗਈ ਉਸ ਦਿਨ ਤੋਂ ਉਹਦੇ ਤੇ ਰਨਿੰਗ ਐਕਸਪੈਂਸ ਪੈਣ ਲੱਗ ਪਏ ਡਾਕਟਰ ਆ ਸੈਲਰੀ ਹਰ ਚੀਜ਼ ਦੀ ਸੈਲਰੀ ਉੱਤੇ ਪੈਣ ਲੱਗ ਪਈ ਡੇਲੀ ਬੇਸਿਸ ਤੇ ਪੈਣ ਲੱਗ ਪਏ ਉਹਨੂੰ ਅਸੀਂ ਕਿਸ ਤਰ੍ਹਾਂ ਪੈਸੇ ਵਾਪਸ ਤਰ੍ਹਾਂ ਕਰਾਂਗੇ? ਵਾਪਸ ਰਾਣਾ ਸਾਹਿਬ ਇਹਦੇ ਵਿੱਚ ਜੇ ਇਸ ਤਰ੍ਹਾਂ ਕੀਤਾ ਜਾਵੇ ਕਿ ਸਾਰੇ ਜਿੰਨੇ ਵੀ ਮੈਂਬਰ ਨੇ ਸਾਡੇ ਕੋਈ ਕਿਸੇ ਦਾ ਕੋਈ ਪਤਾ ਨਹੀਂ ਕਿਹੜਾ ਸਕਿਪ ਕਿਸੇ ਟਾਈਮ ਵੀ ਤੁਹਾਨੂੰ ਕਹੇ ਕਿ ਜੀ ਮੈਂ ਜੀ ਨਿਕਲਣਾ ਚਾਹਨਾ ਜੀ ਤੇ ਸਾਰੇ ਮੈਂਬਰ ਕੁਝ ਥੋੜੇ ਜੀ ਸ਼ੇਅਰਿੰਗ ਕਰਕੇ ਜ਼ਿਆਦਾ ਥੋੜੇ ਜਿਹੇ ਸਰ ਉਹ ਐਮਰਜੈਂਸੀ ਮਿਊਚੁਅਲ ਅਲੱਗਾ ਫੰਡ ਇੱਕ ਜਨਰੇਟ ਕੀਤਾ ਜਾਵੇ ਤੁਹਾਡੇ ਤੇ ਵੀ ਬੋਝ ਨਾ ਹੋਵੇ ਕਿ ਮੈਂ ਯਾਰ ਹੁਣ ਸਾਰਾ ਇਨਵੈਸਟ ਕਰ ਬੈਠਾ ਹਾਂ ਫਿਕਰ ਹੁੰਦੀ ਹੈ ਟੈਨਸ਼ਨ ਹੁੰਦੀ ਹੈ ਉਹ 2000 ਹੋਵੇ 4000 ਹੋਵੇ 5000 ਹੋਵੇ ਮਤਲਬ 2-4 ਯੂਨਿਟਾਂ ਦਾ ਤੁਹਾਡੇ ਕੋਲ ਹਰ ਟਾਈਮ ਰੈਡੀ ਹੋਵੇ ਉਹ ਮੈਂਬਰ ਦੀ ਗਲਤੀ ਹੈ ਜਿਸ ਲਈ ਉਹ ਆਇਆ ਸੀ ਇਸ ਪ੍ਰੋਜੈਕਟ ਦੇ ਵਿੱਚ ਸਾਡਾ ਐਕਸਪੈਂਸ 18 ਮੰਥ ਦਾ ਸੀ ਉਹਦਾ ਜ਼ਹਿਨੀ ਤੌਰ ਤੇ ਉਹ ਤਿਆਰ ਸੀ ਨਾ 18 ਮਹੀਨਿਆਂ ਵਾਸਤੇ ਨਹੀਂ, ਉਹ ਤਾਂ ਹੀ ਆਇਆ ਨਾ ਵਿੱਚ ਬਿਲਕੁਲ ਜੋ ਸਹੀ ਹੈ ਤੁਹਾਡੀ ਗੱਲ। ਨਿਕਲਣਾ ਚਾਹੁੰਦਾ ਹੈ, ਤੇ ਉਹਨੂੰ ਫਿਰ 18 ਮਹੀਨੇ ਵੇਟ ਕਰੇ ਨਹੀਂ ਤੇ ਫਿਰ ਉਹ ਪਹਿਲੇ ਹੀ ਦਾ ਰੜੇ ਵਿੱਚ ਇਹ ਤਾਂ ਨਹੀਂ ਇਸ਼ੂ ਨਹੀਂ ਹੈ ਉਹ ਪਤਾ ਕੀ ਹੈ ਦੋਨੋਂ ਸਾਈਡਾਂ ਦੇਖਣੀਆਂ ਚਾਹੀਦੀਆਂ ਕਿਸੇ ਨਾਲ ਮਿਸਹੈਪ ਵੀ ਹੋ ਜਾਂਦਾ ਹੈ।
ਮਿਸਹੈਪ ਵੀ ਹੋ ਜਾਂਦਾ ਹੈ, ਕਿਸੇ ਦੀ ਕੋਈ ਮਜਬੂਰੀ ਵੀ ਬਣ ਜਾਂਦੀ ਹੈ ਇਸ ਤਰ੍ਹਾਂ ਦੀ ਕਿ ਉਹ ਤੁਹਾਡੀ ਗੱਲ ਠੀਕ ਹੈ ਭਾਈ, ਲੇਕਿਨ ਇਹ ਦੇਖੋ ਨਾ ਇੱਕ ਐਗਰੀਮੈਂਟ ਸੀਗਾ ਜੋ ਸਟਾਰਟ ਕੀਤਾ ਸੀਗਾ ਜਦੋਂ ਇਹਨਾਂ ਨੇ ਮਤਲਬ ਲਾਂਚ ਕੀਤਾ ਸੀਗਾ ਕਿ ਆਹ ਪ੍ਰੋਜੈਕਟ ਆ, ਇਹਦੀ ਮੁੱਦਤ 18 ਮੰਥ ਤੱਕ ਆ। ਸਹੀ ਹਰ ਬੰਦਾ ਐਗਰੀ ਹੋਇਆ, ਉਹਨੇ ਅਮਾਉਂਟ ਭੇਜੀ, ਉਹਨੇ ਐਗਰੀ ਇਸ ਟਾਈਮ ਤੇ ਹੀ ਹੋਇਆ ਕਿ 18 ਮੰਥ ਦਾ ਇਹ ਪ੍ਰੋਜੈਕਟ ਆ। ਅਗਰ ਮੈਂ ਐਗਰੀ ਹੋਇਆ ਜਾਂ 1 ਤੇ 2 ਤੇ 3 ਤੇ 4 ਤੇ ਕਿ ਮੈਂ ਐਗਰੀ ਹੋਇਆ ਮੈਂ 18 ਮੰਥ ਦਾ ਪ੍ਰੋਜੈਕਟ ਜਿਹੜਾ ਮੈਨੂੰ ਮੇਰੇ ਮਾਈਂਡ ਦੇ ਵਿੱਚ ਹੈ ਕਿ ਮੈਂ 3 ਲੱਖ ਇਨਵੈਸਟ ਕਰ ਰਿਹਾ ਇੱਕ ਪ੍ਰੋਜੈਕਟ ਤੇ, ਉਹਦੀ 18 ਮੰਥ ਜੋ ਹੈ ਉਹ ਟਾਈਮ ਪੀਰੀਅਡ ਹੈ। ਅਗਰ ਮੈਂ ਉਹਨੂੰ ਪਹਿਲੇ ਛੋੜਨਾ ਚਾਹਨਾ, ਇਹਦੇ ਵਿੱਚ ਮੇਰੀ ਗਲਤੀ ਹੈ, ਰਾਣਾ ਸਾਹਿਬ ਦੀ ਕੋਈ ਗਲਤੀ ਨਹੀਂ। ਬਿਲਕੁਲ ਸਹੀ। ਇਹਦੇ ਵਿੱਚ ਫਿਰ ਇਹ ਨਹੀਂ ਕਿ ਮੈਂ ਆਪਣੀ ਮਨਮਰਜ਼ੀ ਕਰਾਂਗਾ ਜਾਂ ਮੈਂ ਚਾਹ ਰਿਹਾ ਹਾਂ ਇਹਨਾਂ ਦਾ ਖਲੂਸ ਆ, ਲੇਕਿਨ ਦੇਖੋ, ਆਪਣੀ ਚੀਜ਼ ਦਾ ਉਹ ਜਿਹੜੇ ਰੂਲ ਤੁਸੀਂ ਡਿਫਾਈਨ ਕੀਤੇ ਹੋਣਗੇ ਨਾ ਉਹਦੇ ਵਿੱਚ, ਉਹਦੇ ਤਹਿਤ ਹੀ ਤੁਹਾਨੂੰ ਜਾਣਾ ਪਏਗਾ, ਉਹ ਫਾਲੋ ਕਰਨੇ ਪੈਣਗੇ। ਜੀ ਜੀ ਬਿਲਕੁਲ ਸਰ, ਬਿਲਕੁਲ ਹਾਂਜੀ ਉਹ ਸਹੀ ਹੈ। ਜੋ ਛੋੜ ਰਿਹਾ ਉਹ 18 ਮੰਥ ਤੋਂ ਬਾਅਦ ਛੋੜੇ। ਬੈਠੀ ਹੈ ਗੱਡੀ ਵਿੱਚ। ਠੀਕ ਹੈ ਜੀ, ਇਜਾਜ਼ਤ ਲਈ ਜੀ। ਲਓ ਜੀ ਦੋਸਤੋ, ਇਹ ਕੁਝ ਸਾਡੀ ਡਿਸਕਸ਼ਨ ਪਹਿਲੇ ਜਿਹੜਾ ਨਾ ਪ੍ਰੋਜੈਕਟ ਦੇ ਹਵਾਲੇ ਨਾਲ ਆਫ ਕਰੋ, ਆਪਣਾ ਹੋ ਗਈ ਤੇ ਫਿਰ ਬਾਅਦ ਸਾਰੀ ਰੋਡ ਬਲੌਕ ਹੋ ਜਾਣੀ। ਭਾਈ ਜਨਾਬ ਸਾਹਿਬ ਨਮਾਜ਼ ਪੜ੍ਹ ਰਹੇ ਨੇ ਤੇ ਨਮਾਜ਼ ਪੜ੍ਹ ਲੈਣ ਤੇ ਫਿਰ ਉਸਨੇ ਇਜਾਜ਼ਤ ਦਿਓ ਜੀ। ਮਜ਼ੀਦ ਇਨਸ਼ਾਅੱਲਾ ਡਿਸਕਸ ਹੁੰਦੀ ਰਹੇਗੀ। ਖੁਸ਼ ਰਹੋ, ਆਬਾਦ ਰਹੋ, ਜਿੰਦੇ ਵਸਦੇ ਰਹੋ ਜੀ।